वर्किंग ਇਹਦੀ ਕੰਪਲੀਟ ਪ੍ਰੋਸੈਸ ਹੈ 6 ਸਟੈਪਸ ਹੈ। ਫਸਟ ਸਟੈਪ ਹੈ ਚਾਰजिंग ਦਾ ਡਰਮ। ਸੈਕਿੰਡ ਰਾਈਟਿੰਗ ਦਾ ਇਮੇਜ। थर्ड developing the image। fourth is transferring the image। to paper। fifth is fusing the image। and six is cleaning the drum। ਸੋ ਇਹ 6 ਸਟੈਪ ਹੈ। ਸਭ ਤੋਂ ਪਹਿਲਾਂ ਕੀ ਹੈ ਚਾਰजिंग ਦਾ ਡਰਮ ਨੂੰ ਚਾਰਜ ਕੀਤਾ ਜਾਂਦਾ, ਜਿਹਦੇ ਉੱਪਰ ਆਪਾਂ ਕੀ ਹੈ ਤੁਸੀਂ ਇਮੇਜ ਰਾਈਟ ਹੋਣਾ ਹੈਗਾ, ਠੀਕ ਹੈ। ਦੈਨ ਰਾਈਟਿੰਗ ਦਾ ਇਮੇਜ ਰਾਈਟ ਕੀਤਾ ਜਾਂਦਾ ਹੈਗਾ, ਇੱਕ ਚਾਰਜ ਦੀ ਫਾਰਮ 'ਚ ਇਮੇਜ ਰਾਈਟ ਹੁੰਦਾ ਹੈਗਾ। ਦੈਨ ਡਿਵੈਲਪਿੰਗ ਦਾ ਇਮੇਜ ਦਾ ਮਤਲਬ ਕੀ ਹੈ ਉਸ ਜਗ੍ਹਾ 'ਤੇ ਟੋਨਰ ਪਾਰਟੀਕਲਸ ਚਲੇ ਜਾਂਦੇ ਹੈਗੇ ਆ, ਜਿਹੜੀ ਜਗ੍ਹਾ 'ਤੇ ਆਪਾਂ ਜਿਹੜਾ ਇਮੇਜ ਆਪਾਂ ਪੇਪਰ ਦੇ ਉੱਪਰ ਲੈ ਕੇ ਜਾਣਾ। ਉਸ ਤੋਂ ਬਾਅਦ ਟਰਾਂਸਫਰਿੰਗ ਦਿਸ ਇਮੇਜ ਟੂ ਪੇਪਰ, ਉਹ ਜਿਹੜਾ ਇਮੇਜ ਹੈ ਪੇਪਰ 'ਤੇ ਟਰਾਂਸਫਰ ਹੋ ਜਾਂਦਾ ਹੈਗਾ। ਉਸ ਤੋਂ ਬਾਅਦ ਜਦੋਂ ਪੇਪਰ 'ਤੇ ਟੋਨਰ ਪਾਰਟੀਕਲ ਚਲੇ ਜਾਂਦੇ ਫਿਰ ਫਿਊਜ਼ ਕੀਤਾ ਜਾਂਦਾ, ਜਿਹੜੇ ਤੁਹਾਨੂੰ ਮੈਂ 2 ਰੋਲਰ ਦੱਸੇ ਆ ਉਹਦੇ ਅਕੋਰਡਿੰਗਲੀ ਹੀਟ ਅਪ ਕਰਕੇ ਉਹਨੂੰ ਕੀ ਹੈ ਫਿਊਜ਼ ਕੀਤਾ ਜਾਂਦਾ ਹੈਗਾ। ਫਾਈਨਲੀ ਜਦੋਂ ਇੱਕ ਵਾਰੀ ਤੁਹਾਡਾ ਇੱਕ ਪੇਜ ਪੂਰਾ ਪ੍ਰਿੰਟ ਹੋ ਕੇ ਬਾਹਰ ਹੋ ਜਾਂਦਾ, ਨਾਲ ਦੀ ਨਾਲ ਕਲੀਨਿੰਗ ਹੋ ਜਾਂਦੀ ਡਰਮ ਦੀ, ਤਾਂ ਕਿ ਨੈਕਸਟ ਪੇਜ ਜਿਹੜਾ ਹੈਗਾ ਪ੍ਰੋਪਰ ਰਾਈਟ ਹੋਵੇ, ਪ੍ਰਿੰਟ ਹੋਵੇ, ਉਹਦੇ 'ਤੇ ਕੋਈ ਆਲਰੇਡੀ ਜਿਹੜੀ ਇੰਕ ਲੱਗੀ ਹੈ ਰਹਿ ਨਾ ਜਾਵੇ, ਉਹ ਕਲੀਨਿੰਗ ਆਫ ਦਾ ਡਰਮ। ਸੋ ਆਪਾਂ 1 ਬਾਏ 1 ਹੁਣ ਇਹ ਸਾਰੇ ਸਟੈਪ ਮੈਂ ਕਰਾਂਗਾ। ਸਭ ਤੋਂ ਪਹਿਲਾਂ ਕੀ ਹੈ ਚਾਰजिंग ਦਾ ਡਰਮ। ਫਸਟ ਸਟੈਪ ਇਜ਼ ਚਾਰजिंग ਦਾ ਡਰਮ। ਹੁਣ ਹੁੰਦਾ ਕੀ ਹੈਗਾ ਜਦੋਂ ਕੰਪਿਊਟਰ ਆਪਰੇਟਿੰਗ ਸਿਸਟਮ ਜਿਹੜਾ ਹੈਗਾ ਪ੍ਰਿੰਟਰ ਨੂੰ ਕਮਾਂਡ ਮਿਲਦੀ ਹੈਗੀ ਆ ਟੂ ਸਟਾਰਟ ਦਾ ਪ੍ਰਿੰਟ ਪ੍ਰੋਸੈਸ ਜਦੋਂ ਸਟਾਰਟ ਹੋਣੀ ਹੈਗੀ ਆ, ਸਭ ਤੋਂ ਪਹਿਲਾਂ ਕੀ ਹੈ ਫੋਟੋ ਸੈਂਸਿਟਿਵ ਡਰਮ ਇਜ਼ ਨੈਗੇਟਿਵਲੀ ਚਾਰਜਡ -600 ਵੋਲਟ। ਜਿਹੜਾ ਫੋਟੋ ਸੈਂਸਿਟਿਵ ਡਰਮ ਹੈਗਾ ਉਹਨੂੰ -600 ਵੋਲਟ 'ਤੇ ਕੀ ਹੈ ਉਹਨੂੰ ਕੀ ਕੀਤਾ ਜਾਂਦਾ ਹੈਗਾ, ਉਹਨੂੰ ਚਾਰਜ ਕੀਤਾ ਜਾਂਦਾ। ਚਾਰਜਡ -600 ਵੋਲਟ, ਨੈਗੇਟਿਵਲੀ ਚਾਰਜ ਕੀਤਾ ਜਾਂਦਾ ਹੈਗਾ। ਮਾਈਨਸ ਹਾਈ ਪਾਵਰ ਸਪਲਾਈ ਹੁੰਦੀ ਹੈਗੀ ਆ। ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ, ਜਿਸ ਤਰ੍ਹਾਂ ਇਹ ਤੁਹਾਡਾ ਡਰਮ ਹੈ, ਸਪੋਜ਼ ਇਹ ਡਰਮ ਹੈ, ਇਸ ਡਰਮ ਦੇ ਉੱਪਰ ਕੀ ਹੈ ਇਹ ਵਾਇਰ ਹੈਗੀ ਜਿਹਦੇ ਥਰੂ ਇਹਨੂੰ ਕਰੋਨਾ ਵਾਇਰ ਕਹਿ ਦਿੰਦੇ ਹੈਗੇ, ਚਾਰਜ ਕਰੋਨਾ ਵਾਇਰ। ਇੱਥੋਂ ਕੀ ਹੈ ਇਹ ਨੈਗੇਟਿਵ ਚਾਰਜ, ਇਹ ਸਾਰੀ ਜਗ੍ਹਾ ਤੁਹਾਡੇ ਜਿਹੜਾ ਡਰਮ ਹੈ ਸਾਰਾ ਕੀ ਹੋ ਜਾਂਦਾ ਹੈਗਾ ਨੈਗੇਟਿਵਲੀ ਚਾਰਜ ਹੋ ਜਾਂਦਾ ਹੈਗਾ। ਸਾਰਾ ਡਰਮ ਕੀ ਹੋ ਜਾਂਦਾ ਹੈਗਾ ਨੈਗੇਟਿਵਲੀ ਚਾਰਜ ਹੋ ਜਾਂਦਾ। ਸੋ ਪਹਿਲਾ ਕੰਸੈਪਟ ਕੀ ਹੈ, ਸਭ ਤੋਂ ਪਹਿਲਾਂ ਪੇਪਰ ਹਜੇ ਕੁਛ ਨਹੀਂ, ਤੁਹਾਡਾ ਇਮੇਜ ਵਗੈਰਾ ਕੁਛ ਨਹੀਂ ਬਣ ਰਿਹਾ, ਜਸਟ ਕੀ ਹੈ ਸਾਰਾ ਹੋਲ ਡਰਮ ਨੂੰ ਕੀ ਹੈ ਨੈਗੇਟਿਵਲੀ ਚਾਰਜ, ਹਾਈਲੀ ਨੈਗੇਟਿਵਲੀ ਚਾਰਜ ਉਹਨੂੰ ਕੀ ਕੀਤਾ ਜਾਂਦਾ ਹੈਗਾ ਉਹਨੂੰ ਚਾਰਜ ਕੀਤਾ ਜਾਂਦਾ ਹੈਗਾ ਵਿਦ ਪਰਟੀਕੁਲਰ ਹਾਈ ਵੋਲਟੇਜ ਪਾਵਰ ਸਪਲਾਈ ਦੇ ਨਾਲ। ਇਹਦੇ ਨਾਲ ਪਹਿਲਾ ਸਟੈਪ ਤੁਹਾਡਾ ਕੰਪਲੀਟ ਹੋ ਜਾਂਦਾ ਹੈਗਾ। ਦੂਸਰਾ ਸਟੈਪ ਕੀ ਹੈ ਰਾਈਟਿੰਗ ਦਾ ਇਮੇਜ। ਰਾਈਟਿੰਗ ਦੀ ਇਮੇਜ ਬੇਸਿਕਲੀ ਕੀ ਹੈ ਹੁਣ ਕੀ ਆ ਜਿਹੜਾ ਵੀ ਆਪਾਂ ਜਿਹੜੀ ਕੰਪਿਊਟਰ ਵੱਲੋਂ ਆਪਰੇਟਿੰਗ ਸਿਸਟਮ ਵੱਲੋਂ ਪ੍ਰਿੰਟਿੰਗ ਦਾ ਇਮੇਜ ਮਿਲਿਆ, ਜਿਹੜਾ ਵੀ ਪ੍ਰਿੰਟ ਕਰਾਉਣਾ ਹੈਗਾ ਆਪਾਂ ਪੇਪਰ ਦੇ ਉੱਪਰ, ਉਹ ਚੀਜ਼ ਨੂੰ ਸਟੈਟਿਕਲੀ ਇਮੇਜ ਬਣਾਉਣਾ। ਉਹਦੇ ਲਈ ਕੀ ਹੈ ਜਦੋਂ ਇਹ ਡਰਮ ਸਪਿਨ ਕਰਦਾ ਹੈ ਮੂਵ ਕਰਦਾ ਹੈਗਾ, ਲੇਜ਼ਰ ਕੀ ਕਰਦੀ ਹੈਗੀ ਹੈ ਆਊਟਲਾਈਨ ਬਣਾਉਂਦੀ ਹੈਗੀ ਹੈ, ਜਿਹੜਾ ਇਮੇਜ ਹੈ ਜਿਹੜੀ ਤੁਸੀਂ ਫੋਟੋ ਪ੍ਰਿੰਟ ਕਰਾਉਣੀ ਹੈ, ਜਿਹੜਾ ਕੋਈ ਟੈਕਸਟ ਪ੍ਰਿੰਟ ਕਰਾਉਣਾ, ਉਹਦੀ ਸਾਰੀ ਕੀ ਹੈ ਉਹਨੂੰ ਕੀ ਕਰਦਾ ਹੈ ਕਿ ਇਮੇਜ ਬਣਾਉਂਦਾ ਹੈਗਾ। on the area where light touches the drum charge changes from -600 volt to -100 volt। ਇਹ ਕੀ ਕਰਦਾ ਹੈਗਾ -600 ਵੋਲਟ ਪਹਿਲਾਂ ਤੁਹਾਡੀ ਹੈਗੀ ਹੈ, ਉਹਨੂੰ ਕਾਹਦੇ 'ਚ ਕਨਵਰਟ ਕਰਨ ਦਾ ਹੈਗਾ -100 ਵੋਲਟ। ਮੀਨਸ ਕੀ ਹੈ ਇੱਕ ਤਰ੍ਹਾਂ ਨਾਲ ਪੋਜ਼ਿਟਿਵਲੀ ਚਾਰਜ ਕਰ ਦਿੰਦਾ,
ਮੀਨਸ ਕੀ ਹੈ, ਪਹਿਲਾਂ ਬਹੁਤ ਜ਼ਿਆਦਾ ਨੈਗੇਟਿਵ ਆ, ਫਿਰ ਘੱਟ ਨੈਗੇਟਿਵ ਹੈ, ਮੀਨਸ ਕਿ ਸਿਮਿਲਰ ਟੂ ਪੋਜ਼ਿਟਿਵ ਵੀ ਹੋ ਜਾਂਦਾ ਹੈਗਾ। ਜਿਹੜਾ ਵੀ ਤੁਸੀਂ ਇਮੇਜ ਬਣਾਉਣਾ ਹੈਗਾ, ਉਹ ਕੀ ਹੈ, ਉਹਦੀ ਆਊਟਲਾਈਨ ਬਣਾਉਣ ਦਾ ਕੌਣ ਬਣਾਉਂਦਾ ਹੈਗਾ? ਲੇਜ਼ਰ ਦਾ ਕੰਮ ਸ਼ੁਰੂ ਹੋ ਜਾਂਦਾ ਹੈਗਾ। ਲੇਜ਼ਰ ਕਿਸ ਤਰ੍ਹਾਂ ਬਣਾਉਂਦਾ ਹੈਗਾ, ਉਹਦੀ ਮੈਂ ਡਾਇਗਰਾਮੈਟਿਕਲੀ ਤੁਹਾਨੂੰ ਸ਼ੋਅ ਕਰ ਦੇਣਾ ਹੈਗਾ। ਇਹ ਤੁਹਾਡਾ ਡਰਮ ਹੈ, ਇਹ ਰੋਟੇਟ ਕਰ ਰਿਹਾ ਹੈਗਾ, ਵਾਰ-ਵਾਰ ਰੋਟੇਟ ਕਰ ਰਿਹਾ ਹੈਗਾ। ਇਹ ਲੇਜ਼ਰ ਸਕੈਨਿੰਗ ਹੈ, ਇਹ ਲੇਜ਼ਰ ਸਕੈਨਿੰਗ ਅਸੈਂਬਲੀ ਹੈ, ਸਕੈਨਿੰਗ ਅਸੈਂਬਲੀ। ਜਿਹਨੇ ਕੀ ਹੈ, ਜਿਹਨੇ ਕਿ ਤੁਹਾਡਾ ਜਿਹੜਾ ਵੀ ਇਮੇਜ ਬਣਾਉਣਾ ਹੈਗਾ, ਉਹ ਲੇਜ਼ਰ ਨੇ ਬਣਾਉਣਾ, ਪਰ ਬਣਾਉਣਾ ਕੀ ਸਟੈਟਿਕਲੀ ਹੈ। ਇਹ ਕਿਸ ਤਰ੍ਹਾਂ ਬਣਦਾ ਹੈਗਾ, ਇੱਕ ਫਿਕਸਡ ਮਿਰਰ ਵੀ ਹੁੰਦਾ ਹੈਗਾ। ਇੱਦਾਂ ਕਰਕੇ ਇਸ 'ਤੇ ਸਟ੍ਰਾਈਕ ਕਰਦਾ ਹੈਗਾ। ਉਸ ਤੋਂ ਬਾਅਦ ਇਹ ਮਿਰਰ, ਡਿਫਰੈਂਟ ਮਿਰਰ ਦੇ ਥਰੂ ਕੀ ਹੈ, ਇਹ ਮੂਵ ਕਰੀ ਜਾਂਦਾ ਹੁੰਦਾ ਹੈਗਾ। ਅਤੇ ਕੀ ਹੈ, ਜਿੱਥੇ ਜਗ੍ਹਾ ਜਿਹੜੀ ਜਗ੍ਹਾ ਤੁਸੀਂ ਇਮੇਜ ਬਣਾਉਣਾ ਹੈਗਾ, ਜਿਹੜਾ ਇਮੇਜ ਬਣਾਉਣਾ ਹੈ, ਉਸ ਜਗ੍ਹਾ 'ਤੇ ਕੀ ਹੈ, -600 ਵੋਲਟ ਸੀਗਾ, ਉਹਨੂੰ ਕੀ ਕਰ ਦਿੰਦਾ -100 ਵੋਲਟ। ਮੀਨਸ ਕਿ ਸਪੋਜ਼ ਆ ਤੁਹਾਡਾ ਇਮੇਜ ਆ, ਇਹ ਤੁਹਾਡੀ ਫੋਟੋ ਹੈ ਜਿਹੜੀ ਬਣਾਉਣੀ ਹੈ। ਸੋ ਇਹਨੇ ਕੀ ਕਰਨਾ ਹੈਗਾ, ਇਹ ਲੇਜ਼ਰ ਨੇ ਕੀ ਹੈ, ਉਸ ਜਗ੍ਹਾ 'ਤੇ ਇੱਕ, ਜਿੱਥੇ ਇਹ ਤਾਂ -600 ਵੋਲਟ ਰਹਿ ਗਿਆ, ਬਾਕੀ ਜਿੱਥੇ ਜਿੱਥੇ ਉਹਨੇ ਇਮੇਜ ਬਣਾਤਾ, ਜਿਹੜੀ ਫੋਟੋ ਤੁਸੀਂ ਜਿਹੜੀ ਪ੍ਰਿੰਟ ਕਰਾਉਣੀ ਆ, ਉਹ ਸਾਰੀ ਜਗ੍ਹਾ 'ਤੇ ਕੀ ਕਰਤਾ -100 ਵੋਲਟ। ਇੱਥੇ ਜਿਹੜੀ ਵੋਲਟੇਜ ਘਟਾਤੀ ਹੈਗੀ ਆ, ਇੱਥੇ ਵੋਲਟੇਜ ਜ਼ਿਆਦਾ ਹੈਗੀ, ਇੱਥੇ ਮਾਈਨਸ ਆ, ਇੱਥੇ ਕੀ ਆ -100 ਵੋਲਟ। ਮੀਨਸ ਕਿ ਤੁਹਾਡਾ ਇੱਕ ਤਰ੍ਹਾਂ ਨਾਲ ਇਹ ਇਮੇਜ ਬਣ ਗਿਆ, ਪਰ ਹਜੇ ਇਹ ਇਮੇਜ ਹੀ ਹੈ, ਇੱਕ ਸਟੈਟਿਕ ਇਮੇਜ ਆ, ਇਹ ਚਾਰਜ ਦੀ ਫੋਰਮ 'ਚ ਆ। ਮੀਨਸ ਕੀ ਹੈ, ਇਹ ਤੁਹਾਨੂੰ ਪਤਾ ਲੱਗ ਜਾਏਗਾ ਵੀ ਆਹ ਵਾਲਾ ਇਮੇਜ ਹੀ ਆਪਾਂ ਪ੍ਰਿੰਟ ਕਰਾਉਣਾ ਹੈਗਾ। ਆਹ ਵਾਲੀ ਜਿਹੜੀ ਜਗ੍ਹਾ ਹੈਗੀ, ਮੈਂ ਇੱਕ ਤਰ੍ਹਾਂ ਇਹਨੂੰ ਬਲੂ ਨਾਲ ਸ਼ੋਅ ਕਰ ਦਿੰਦਾ ਹੈਗਾ। ਇਹ ਆਪਣਾ ਸਪੋਜ਼ ਇਮੇਜ ਹੈ, ਇਹ ਵਾਲੀ ਇਮੇਜ ਹੈ, ਉਹਨੇ ਕੀ ਕਰਤਾ, ਐਕਸਪੋਜ਼ ਕਰਤਾ। ਮੀਨਸ ਕਿ ਬਾਕੀ ਜਗ੍ਹਾ ਤਾਂ -600 ਵੋਲਟ ਰਿਹਾ, ਪਰ ਇਸ ਜਗ੍ਹਾ 'ਤੇ ਕੀ ਹੈ, ਇੱਥੇ -100 ਵੋਲਟ ਹੋ ਗਿਆ। ਸੋ ਦੂਜਾ ਸਟੈਪ ਹੋ ਗਿਆ। ਹੁਣ ਕੀ ਇੱਕ ਤਰ੍ਹਾਂ ਨਾਲ ਆਪਾਂ ਜਿਹੜਾ ਪ੍ਰਿੰਟ ਕਰਾਉਣਾ ਇਮੇਜ, ਉਹ ਸਟੈਟਿਕਲੀ ਬਣ ਗਿਆ ਹਜੇ, ਪਰ ਪ੍ਰਿੰਟਿੰਗ ਨਾਲ ਰਿਲੇਟਡ ਕੁਛ ਨਹੀਂ ਹੋਇਆ ਹਜੇ। ਜਸਟ ਕੀ ਹੈ, ਰਾਈਟ ਕੀਤਾ ਗਿਆ ਇਮੇਜ, ਜਿਹੜਾ ਆਪਾਂ ਚਾਹੇ ਟੈਕਸਟ ਆ, ਚਾਹੇ ਤੁਹਾਡੀ ਕੋਈ ਫੋਟੋ ਹੈਗੀ ਜਿਹੜੀ ਪ੍ਰਿੰਟ ਹੋਣੀ ਹੈਗੀ ਆ, ਉਹਦਾ ਇਮੇਜ ਇੱਥੇ ਸਟੈਟਿਕਲੀ ਬਣ ਗਿਆ ਹੈਗਾ। ਦੈਨ ਥਰਡ ਸਟੈਪ ਹੈ ਡਿਵੈਲਪਿੰਗ ਦਾ ਇਮੇਜ, ਡਿਵੈਲਪਿੰਗ ਦਾ ਇਮੇਜ। ਹਜੇ ਇਹਦੇ ਕੁਛ ਇਸ ਜਗ੍ਹਾ 'ਤੇ ਜਿਹੜਾ ਕੁਛ ਨਹੀਂ, ਇੱਥੇ ਕੁਛ ਖਾਲੀ ਹੈ। ਜਸਟ ਕੀ ਹੈ, ਇੱਕ ਸਟੈਟਿਕ ਚਾਰਜ ਹੈ, ਹਜੇ ਇੰਕ ਵਗੈਰਾ ਇੱਥੇ ਕੋਈ ਨਹੀਂ ਹੈ। ਇੱਥੇ ਕੀ ਹੈ, ਕੋਈ ਵੀ ਟੋਨਰ ਵਗੈਰਾ ਨਹੀਂ ਹੈ। ਹੁਣ ਜਦੋਂ ਇਹ ਕੀ ਹੈ, ਇਹ ਇਲੈਕਟ੍ਰੋਮੈਗਨੈਟਿਕਲੀ ਇਮੇਜ ਬਣ ਗਿਆ, ਤਾਂ ਆਪਣਾ ਪਰਪਸ ਕੀ ਹੈ, ਆਪਾਂ ਹੁਣ ਇਸ ਜਗ੍ਹਾ 'ਤੇ ਟੋਨਰ ਲੈ ਕੇ ਆਉਣਾ। ਟੋਨਰ ਜਿਹੜਾ ਪਲਾਸਟਿਕ ਪਾਰਟੀਕਲਸ ਹੈਗੇ ਆ, ਉਹ ਲੈ ਕੇ ਆਉਣੇ ਹੈਗੇ ਆ। ਉਹ ਕੀ ਹੈ, ਉਹ ਬਿਲਕੁਲ ਨੇੜੇ ਇੱਕ ਰਿਜ਼ਰਵਾਇਰ ਹੁੰਦਾ, ਜਿਹਦੇ 'ਚ ਇੰਕ ਭਰਦੇ ਹੈਗੇ। ਤੁਸੀਂ ਦੇਖਿਆ ਹੈ ਕਈ ਵਾਰ ਆਪਾਂ ਕਹਿੰਦੇ ਹਾਂ ਵੀ ਲੇਜ਼ਰ ਦੀ ਇੰਕ ਖਤਮ ਹੋ ਗਈ ਹੈਗੀ, ਲੇਜ਼ਰ ਦਾ ਟੋਨਰ ਖਤਮ ਹੋ ਗਿਆ, ਤਾਂ ਇੱਕ ਜਗ੍ਹਾ ਬਣੀ ਹੁੰਦੀ ਜਿਹਦੇ 'ਚ ਆਪਾਂ ਲੇਜ਼ਰ, ਆਪਾਂ ਨੂੰ ਮਾਰਕੀਟ ਤੋਂ ਬਾਏ ਕਰਕੇ ਆਪਾਂ ਨੂੰ ਇੱਕ ਬੋਟਲ ਮਿਲ ਜਾਂਦੀ ਹੈਗੀ, ਪਲਾਸਟਿਕ ਪਾਰਟੀਕਲਸ ਦੇ ਇੰਕ ਪਾਰਟੀਕਲਸ ਹੁੰਦੇ ਜਿਹੜੇ ਇੱਕ ਪਾਊਡਰ ਦੀ ਫੋਰਮ 'ਚ ਹੁੰਦੇ ਆ, ਉਹਦੇ 'ਚ ਆਪਾਂ ਇਨਸਰਟ ਕਰ ਦਿੰਦੇ ਹੈਗੇ ਆ, ਜਦੋਂ ਵੀ ਇਹ ਆਪਣੀ ਰੀਫਿਲਿੰਗ ਕਰ ਦਿੰਦੇ ਆਪਾਂ ਟੋਨਰ ਦੀ। ਹੁਣ ਕੀ ਹੈ, ਹੁਣ ਇਹ ਜਿਹੜੀ ਜਗ੍ਹਾ 'ਤੇ ਆਪਣਾ ਸਟੈਟਿਕ ਚਾਰਜ ਹੈ, ਜਿਹੜੀ ਜਗ੍ਹਾ 'ਤੇ ਘੱਟ ਚਾਰਜ, ਉਸ ਜਗ੍ਹਾ 'ਤੇ ਆਪਾਂ ਕੀ ਕਰਨਾ ਹੈਗਾ, ਉਸ ਜਗ੍ਹਾ 'ਤੇ ਆਪਾਂ ਜਿਹੜੀ ਇੰਕ ਹੈਗੀ, ਟੋਨਰ ਪਾਰਟੀਕਲਸ ਲੈ ਕੇ ਆਉਣੇ। ਹੁਣ ਟੋਨਰ ਪਾਰਟੀਕਲ ਜਾਣਗੇ ਕਿਸ ਤਰ੍ਹਾਂ, ਕਿਉਂਕਿ ਟੋਨਰ, ਇਹਦੇ 'ਚ ਕੰਸੈਪਟ ਹੈ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਦਾ। ਪੋਜ਼ੀਟਿਵ ਚਾਰਜ ਵਿਲ ਅਟਰੈਕਟ ਨੈਗੇਟਿਵ ਚਾਰਜ ਐਂਡ ਇਕੁਅਲ ਚਾਰਜਸ ਰਿਪੈਲ ਈਚ ਅਦਰ। ਹੁਣ ਜੇ ਇੱਥੇ ਨੈਗੇਟਿਵ ਚਾਰਜ ਇੱਕ ਤਰ੍ਹਾਂ ਦਾ ਹੈਗਾ, ਪਰ ਇਹ ਪੋਜ਼ੀਟਿਵ ਚਾਰਜ ਦੀ ਤਰ੍ਹਾਂ ਹੀ ਹੈ, ਕਿਉਂਕਿ ਬਹੁਤ ਘੱਟ ਘੱਟ ਵੋਲਟ, ਮਾਈਨਸ ਵੋਲਟੇਜ ਆ -100। ਹੁਣ ਜੇ ਆਪਾਂ ਜਿਹੜਾ ਟੋਨਰ ਹੈ, ਟੋਨਰ ਨੂੰ ਆਪਾਂ ਮਾਈਨਸ ਜ਼ਿਆਦਾ ਦੇ ਦਈਏ ਤਾਂ ਕੀ ਹੋਏਗਾ, ਉਹ ਇਹਦੇ ਵੱਲ ਅਟਰੈਕਟ ਹੋਏਗਾ, ਜਿਹੜਾ -600 ਉਹਨੂੰ ਰਿਪੈਲ ਕਰੇਗਾ, ਅਤੇ -100 ਵੋਲਟ ਉਹਨੂੰ ਅਟਰੈਕਟ ਕਰੇਗਾ। ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ ਵੀ ਇਹ ਪੋਜ਼ਿਟਿਵ ਚਾਰਜ ਹੀ ਹੈ ਇਸ ਜਗ੍ਹਾ 'ਤੇ। ਹੁਣ ਕੀ ਹੈ, ਜਿਹੜਾ ਟੋਨਰ ਹੈ, ਡਿਵੈਲਪਿੰਗ ਇਮੇਜ ਕੀ ਹੈ, ਜਿਹੜਾ ਟੋਨਰ ਹੈਗਾ, ਇਹ ਮੈਂ ਤੁਹਾਨੂੰ ਦਿਖਾ ਦੇਣਾ। ਟੋਨਰ ਰਿਜ਼ਰਵਾਇਰ ਹੈ, ਇਹ ਡਾਇਗਰਾਮ ਤੁਹਾਨੂੰ ਨੋਟਸ ਦੇ ਵਿੱਚ ਮੈਂ ਦੇ ਦਾਂਗਾ, ਬਣੀ ਹੋਈ ਹੈਗੀ ਆਲਰੇਡੀ, ਤੁਹਾਨੂੰ ਦੇ ਚੁੱਕੇ ਹਾਂ। ਇਹਨੂੰ ਨੈਗੇਟਿਵ ਚਾਰਜ ਲਗਾ ਦਾਂਗੇ, ਬਹੁਤ ਜ਼ਿਆਦਾ ਹਾਈਲੀ ਨੈਗੇਟਿਵ ਲਗਾ ਦਾਂਗੇ। ਇਹ ਜਿਹੜਾ ਟੋਨਰ ਹੈ, ਅਤੇ ਇਹ ਤੁਹਾਡਾ ਡਰਮ ਹੈ,
ਜਿਹੜਾ ਇਹ ਆਲਰੇਡੀ ਡਰਮ ਜਿਹੜਾ ਆਪਾਂ ਦਿਖਾਇਆ। ਹੁਣ ਕੀ ਹੈ, ਜਿਹੜੀ ਜਗ੍ਹਾ 'ਤੇ, ਕਿਉਂਕਿ ਇਹਨੂੰ ਹਾਈਲੀ ਨੈਗੇਟਿਵ ਲਗਾਤਾ, ਜਿਹੜੀ ਜਗ੍ਹਾ 'ਤੇ ਆਪਣੀ ਇਮੇਜ ਬਣਿਆ ਹੈਗਾ ਉਹ ਆਲਮੋਸਟ ਕੀ ਹੈ, ਪੋਜ਼ਿਟਿਵ ਵਾਂਗੂ ਹੀ ਆ। ਜਿਹੜਾ ਕੀ ਹੈ, ਬਾਕੀ ਜਗ੍ਹਾ ਨੈਗੇਟਿਵ ਹੋਊਗਾ, ਜਿਹੜੀ ਜਗ੍ਹਾ 'ਤੇ ਇਮੇਜ ਹੈਗਾ ਜਿਹੜਾ ਆਪਾਂ ਬਣਾ ਚੁੱਕੇ ਹਾਂ ਉੱਥੇ ਪੋਜ਼ਿਟਿਵ ਚਾਰਜ, ਕਿਉਂਕਿ -100 ਵੋਲਟ ਹੈ, ਘੱਟ ਵੋਲਟੇਜ ਹੈਗੀ ਆ, ਮੀਨ ਕਿ ਆਲਮੋਸਟ ਪੋਜ਼ਿਟਿਵ ਦੀ ਤਰ੍ਹਾਂ ਹੀ ਹੈਗਾ। ਅਤੇ ਜਦੋਂ ਇਹਨੂੰ -600 ਵੋਲਟ ਜਾਂ ਇਸ ਤੋਂ ਜ਼ਿਆਦਾ ਵੋਲਟੇਜ ਲਗਾਉਣੇ ਆਪਾਂ, ਤਾਂ ਇਹ ਟੋਨਰ ਪਾਰਟੀਕਲ ਕੀ ਹੈ, ਜਿੱਥੇ ਜਿੱਥੇ -100 ਵੋਲਟ ਹੈਗਾ, 100 ਵੋਲਟ, ਉਸ ਜਗ੍ਹਾ 'ਤੇ ਜਾ ਕੇ ਸਾਰੇ ਟੋਨਰ ਪਾਰਟੀਕਲਸ ਉੱਥੇ ਇਕੱਠੇ ਹੋ ਜਾਣਗੇ। ਮੀਨਸ ਕੀ ਹੈ, ਸਿਰਫ ਜਿਸ ਤਰ੍ਹਾਂ ਤੁਸੀਂ ਰੰਗੋਲੀ ਬਣਾਉਂਦੇ ਆ, ਰੰਗੋਲੀ ਵਾਲਾ ਕੰਸੈਪਟ ਹੀ ਹੈ। ਰੰਗੋਲੀ 'ਚ ਕੀ ਹੈ, ਜਿਹੜਾ ਤੁਸੀਂ ਇੱਕ ਪਹਿਲਾਂ ਆਊਟਲਾਈਨ ਬਣਾ ਦਿੰਦੇ ਆ ਕਿਸੇ ਚੀਜ਼ ਦੀ, ਰੰਗੋਲੀ 'ਚ ਕੀ ਕਰਦੇ ਹੋ ਤੁਸੀਂ ਅਤੇ ਉਹਦੇ 'ਚ ਤੁਸੀਂ ਅਲੱਗ-ਅਲੱਗ ਜਿਹੜਾ ਵੀ ਇਮੇਜ ਬਣਾਉਣਾ ਹੈਗਾ ਉਹਦੇ ਅਕੋਰਡਿੰਗਲੀ ਤੁਸੀਂ ਉਹਦੇ 'ਚ ਕਲਰ ਭਰ ਦੇਣੇ। ਸੋ ਸੇਮ ਕੰਸੈਪਟ ਇਹਦੇ 'ਚ ਕੀ ਆ, ਇਹ ਸਾਰਾ ਜਿਹੜਾ ਟੋਨਰ ਆ, ਜਿਹੜਾ ਤੁਹਾਡਾ ਇਮੇਜ ਪਹਿਲਾਂ ਜਿਹੜਾ ਬਣਿਆ ਤੁਹਾਡਾ ਰੰਗੋਲੀ ਦੀ ਆਊਟਲਾਈਨ ਹੈ ਇੱਕ ਤਰ੍ਹਾਂ, ਫਿਰ ਇਸ ਤੋਂ ਬਾਅਦ ਇਮੇਜ ਦੇ ਥਰੂ ਜਿਹੜੇ ਟੋਨਰ ਪਾਰਟੀਕਲ ਸਾਰੇ ਕਿੱਥੇ ਚਲੇ ਜਾਂਦੇ ਹੈਗੇ ਆ, ਜਿਹੜੀ ਜਗ੍ਹਾ 'ਤੇ ਤੁਸੀਂ ਇਮੇਜ ਬਣਾਇਆ ਹੈਗਾ। ਇਹ ਸਾਰਾ ਇਮੇਜ ਦੇ ਕੀ ਹੈ, ਇਹ ਟੋਨਰ ਪਾਰਟੀਕਲ। ਹੁਣ ਕੀ ਹੈ, ਤੁਹਾਡਾ ਇਮੇਜ ਕਿੱਥੇ ਆ ਗਿਆ ਹੈਗਾ, ਤੁਹਾਡੇ ਇਮੇਜ ਹੁਣ ਕੀ ਫਾਈਨਲੀ ਕਾਹਦੇ 'ਤੇ ਬਣ ਗਿਆ, ਜਿਹੜਾ ਤੁਹਾਡਾ ਡਰਮ ਹੈ, ਡਰਮ ਦੇ ਉੱਪਰ ਕੀ ਹੈ, ਇੱਕ ਜਿਹੜੀ ਜਗ੍ਹਾ 'ਤੇ ਸਟੈਟਿਕ ਚਾਰਜ ਸੀਗਾ, ਜਿੱਥੇ ਸੀਗਾ ਉਸ ਜਗ੍ਹਾ 'ਤੇ ਸਾਰੇ ਟੋਨਰ ਪਾਰਟੀਕਲਸ ਆ ਗਏ ਇੱਕ ਤਰ੍ਹਾਂ। ਹੁਣ ਕੀ ਹੈ, ਸਾਰੀ ਜਿਹੜੀ ਇੰਕ ਹੈਗੀ ਆ ਉਹ ਕਿੱਥੇ ਆ ਗਈ, ਜਿੱਥੇ ਜਿੱਥੇ ਆਪਾਂ ਇਮੇਜ ਬਣਾਇਆ ਸੀ ਉਸ ਜਗ੍ਹਾ 'ਤੇ ਇੰਕ, ਹੁਣ ਕੀ ਇੰਕ ਟਰਾਂਸਫਰ ਹੋ ਗਈ। ਇੱਥੇ ਇਕੱਲਾ ਇਮੇਜ ਬਣਿਆ ਸੀ, ਇੱਥੇ ਇੰਕ ਵੀ ਟਰਾਂਸਫਰ ਹੋ ਗਈ, ਟਰਾਂਸਫਰ ਆਫ ਇੰਕ ਟੂ ਟੋਨਰ ਜਿਹੜਾ ਆਪਣਾ ਤੁਹਾਡਾ ਡਰਮ ਆ, ਡਰਮ ਦੇ ਉੱਪਰ ਇੰਕ ਵੀ ਆ ਜਾਂਦੀ। ਸੋ 3 ਸਟੈਪ ਪੂਰੇ ਹੋ ਜਾਂਦੇ ਹੈਗੇ ਆ। ਚੌਥਾ ਹੈਗਾ, ਹੁਣ ਅਲਟੀਮੇਟਲੀ ਜਦੋਂ ਇਹਦੇ ਦੇ ਉੱਤੇ ਇਮੇਜ ਬਣ ਗਿਆ ਤਾਂ ਆਪਾਂ ਅਲਟੀਮੇਟਲੀ ਪ੍ਰਿੰਟ ਕਾਹਦੇ 'ਤੇ ਲੈਣਾ, ਪੇਪਰ 'ਤੇ ਲੈਣਾ ਹੈਗਾ। ਸੋ ਹੁਣ ਕੀ ਹੈ, ਹੁਣ ਪੇਪਰ ਦੀ ਟਰਨ ਆ ਜਾਂਦੀ ਹੈਗੀ ਆ। ਹੁਣ ਪੇਪਰ ਨੇ ਕੀ ਕਰਨਾ ਹੈਗਾ, ਜਿਹੜਾ ਪੇਪਰ ਇਨਸਰਟ ਕੀਤਾ ਹੈਗਾ, ਇਹ ਵਾਲਾ ਇਮੇਜ ਜਿਹੜਾ ਇੱਥੇ ਹੈਗਾ ਜਿੱਥੇ ਟੋਨਰ ਪਾਰਟੀਕਲ, ਇਹ ਜਿਹੜੀ ਇੰਕ ਕਿੱਥੇ ਟਰਾਂਸਫਰ ਕਰਨੀ, ਸਾਰੀ ਪੇਪਰ ਦੇ ਉੱਪਰ ਟਰਾਂਸਫਰ ਕਰਨੀ ਹੈ। ਸੋ ਚੌਥਾ ਜਿਹੜਾ ਫੋਰਥ ਸਟੈਪ ਹੈ, fourth step is transferring the image to paper। ਹੁਣ ਆਪਣਾ ਡਰਮ ਦੇ ਉੱਪਰ ਇਮੇਜ ਬਣ ਚੁੱਕਿਆ ਹੈਗਾ, ਉਸ 'ਤੇ ਉਹਦੇ ਉੱਪਰ ਟੋਨਰ ਪਾਰਟੀਕਲ ਵੀ ਆ ਚੁੱਕੇ ਹੈਗੇ ਆ। ਹੁਣ ਕੀ ਹੈ, ਹੁਣ ਜਿਹੜਾ ਰੋਲਰ ਹੈਗੇ ਆ ਉਹ ਫੀਡ ਕਰਦੇ ਆ, ਪੇਪਰ ਤੁਹਾਡਾ ਇਨਸਰਟ ਹੋ ਜਾਂਦਾ, ਪੇਪਰ ਅੱਗੇ ਚਲਾ ਜਾਂਦਾ ਹੈਗਾ, ਅਤੇ ਉਹਨੂੰ ਕੀ ਕਰਦੇ ਆ, ਜਿਹੜਾ ਪੇਪਰ ਆ ਉਹਨੂੰ ਆਪਾਂ ਕੀ ਸਟਰੋਂਗ ਪੋਜ਼ੀਟਿਵ ਚਾਰਜ ਲਗਾ ਦਿੰਦੇ ਆ। ਸਟਰੋਂਗ ਪੋਜ਼ੀਟਿਵ ਚਾਰਜ is applied to paper। ਜਦੋਂ ਆਪਾਂ ਸਟਰੋਂਗ ਪੋਜ਼ੀਟਿਵ ਚਾਰਜ ਆਪਾਂ ਪੇਪਰ ਨੂੰ ਅਪਲਾਈ ਕਰ ਦਿੰਦੇ ਹੈਗੇ ਆ, ਅਤੇ ਜਿਹੜੇ ਟੋਨਰ ਪਾਰਟੀਕਲਸ ਆ ਸਾਰੇ, ਜਿਹੜੇ ਵੀਕਰ ਟੋਨਰ ਪਾਰਟੀਕਲਸ ਆ, ਉਹ ਸਾਰੇ ਕੀ ਆ, ਪੇਪਰ ਵੱਲ ਅਟਰੈਕਟ ਹੋ ਜਾਂਦੇ ਆ। ਹੁਣ ਕੀ ਹੈ, ਹੁਣ ਜਿਹੜਾ ਪੇਪਰ ਆ ਤੁਹਾਡਾ, ਪੇਪਰ ਦੇ ਉੱਪਰ ਜਿਹੜੀ ਜਗ੍ਹਾ 'ਤੇ ਇਮੇਜ ਬਣਨਾ ਹੈਗਾ ਉਸ ਜਗ੍ਹਾ 'ਤੇ ਸਾਰੇ ਤੁਹਾਡੇ ਟੋਨਰ ਪਾਰਟੀਕਲਸ ਇਕੱਠੇ ਹੋ ਜਾਂਦੇ ਹੈਗੇ ਸਾਰੇ। ਇਹ ਤੁਹਾਡਾ ਪੇਪਰ ਆ, ਪੇਪਰ ਦੇ ਉੱਪਰ ਟੋਨਰ ਪਾਰਟੀਕਲ ਸਾਡੇ ਸਾਰੇ ਡਰਮ ਦੇ ਉੱਪਰ ਕਿੱਥੇ ਆ ਗਏ, ਜਿਹੜੀ ਜਗ੍ਹਾ ਇਮੇਜ ਬਣਾਇਆ ਸੀ ਤੁਸੀਂ ਉਹ ਜਗ੍ਹਾ 'ਤੇ, ਕਿਉਂਕਿ ਜਿਹੜੀ ਪੋਜ਼ੀਟਿਵ ਚਾਰਜ ਸਾਰਿਆਂ ਨੂੰ ਲਗਾਇਆ ਹੋਇਆ, ਸਿਰਫ ਉਸ ਜਗ੍ਹਾ 'ਤੇ ਆ ਜਾਣਗੇ ਜਿਹੜੀ ਜਗ੍ਹਾ 'ਤੇ ਇਮੇਜ ਬਣਿਆ ਗਿਆ, ਸਾਰੇ ਉਹਦੇ ਵੱਲ ਅਟਰੈਕਟ ਹੋ ਜਾਣਗੇ। ਜੇ ਡਾਇਗਰਾਮੈਟਿਕਲੀ ਮੈਂ ਤੁਹਾਨੂੰ ਸ਼ੋਅ ਕਰਾਂ ਤਾਂ ਇਹਨੂੰ ਮੈਂ ਹੋਰ ਤਰ੍ਹਾਂ ਵੀ ਸ਼ੋਅ ਕਰਕੇ ਦੇ ਸਕਦਾ ਹਾਂ। ਇਹ ਡਰਮ ਹੈ ਤੁਹਾਡਾ, ਦਿਸ ਇਜ਼ ਪੇਪਰ, ਇਹ ਟੋਨਰ ਆ ਗਿਆ ਇੱਥੋਂ ਡਰਮ ਤੋਂ, ਇਹ ਟੋਨਰ ਸਾਰਾ, ਇਹ ਟੋਨਰ ਪਹੁੰਚ ਗਿਆ ਇੱਥੇ, ਇਹ ਸਾਰੇ ਇੱਥੇ ਕੀ ਹੈ, ਪੋਜ਼ੀਟਿਵ ਚਾਰਜ ਲਗਾਇਆ ਇਹਨੂੰ। ਸੋ ਡਰਮ ਤੋਂ ਕਿੱਥੇ ਆ ਗਏ, ਪੇਪਰ ਦੇ ਉੱਪਰ, ਦਿਸ ਇਜ਼ ਯੂਅਰ ਪੇਪਰ। ਉਹ ਸਾਰੇ ਉਹੀ ਇਮੇਜ ਸਾਰਾ ਕੀ ਹੈ, ਹਜੇ ਜਸਟ ਕੀ ਹੈ, ਜਸਟ ਅਟਰੈਕਟ ਹੋਏ ਆ ਇਸ ਜਗ੍ਹਾ 'ਤੇ ਉੱਪਰ, ਇੱਕ ਤਰ੍ਹਾਂ ਜਿਵੇਂ ਆਪਾਂ ਪਾਊਡਰ ਨਹੀਂ ਰੱਖ ਦਿੰਦੇ, ਫਿਕਸ ਨਹੀਂ ਹੋਇਆ ਹਜੇ ਫਿਕਸ ਹੀ ਨਹੀਂ ਹੋਈ ਉਹਦੀ ਪਲਾਸਟਿਕ ਪਾਰਟੀਕਲ ਪੇਪਰ ਦੇ, ਜਿੱਥੇ ਜਿੱਥੇ ਇਮੇਜ ਉੱਥੇ ਆ ਜਾਣਾ। ਹੁਣ ਕੀ ਹੈ, ਮੇਨ ਸਟੈਪ ਹੈ ਫਿਊਜ਼ਿੰਗ ਦਾ ਇਮੇਜ, ਕਿਉਂਕਿ ਜਿਹੜੇ ਇਹ ਸਾਰੇ ਟੋਨਰ ਪਾਰਟੀਕਲ ਆ ਇਹ ਪੇਪਰ ਦੇ ਉੱਪਰ ਆ ਤਾਂ ਗਏ ਆ, ਪਰ ਪੂਰੀ ਤਾਂ ਚਿਪਕੇ ਨਹੀਂ ਉਹਦੇ ਉੱਪਰ। ਮਤਲਬ ਕਿਉਂਕਿ ਪਲਾਸਟਿਕ ਪਾਰਟੀਕਲ ਜਿਵੇਂ ਪਾਊਡਰ ਆਪਾਂ ਪੇਜ ਦੇ ਉੱਪਰ ਰੱਖ ਦਈਏ, ਤਾਂ ਜੇ ਆਪਾਂ ਪੇਜ ਨੂੰ ਟੇਢਾ ਕਰ ਗਏ ਤਾਂ ਪਾਊਡਰ ਤਾਂ ਉਸ ਤੋਂ ਡਿੱਗ ਜਾਏਗਾ ਨਾ ਸਾਰਾ, ਉਹਦੇ ਉੱਪਰ ਨਹੀਂ ਰਹੇਗਾ। ਸੋ ਕੀ ਆ, ਪੂਰੀ ਤਰ੍ਹਾਂ ਫਿਕਸ ਕਰਨ ਲਈ ਕੀ ਆ, ਆਪਾਂ ਫਿਊਜ਼ ਕਰ ਦੇਂਗੇ ਆ। ਫਿਊਜ਼ ਕਰਨ ਲਈ ਤੁਹਾਨੂੰ ਦੱਸਿਆ ਕੀ ਆ, ਪੇਪਰ 2 ਰੋਲਰ ਦੇ ਵਿੱਚ ਜਾਂਦਾ ਹੈਗਾ, ਇੱਕ ਜਿਹੜਾ ਰੋਲਰ ਹੈਗਾ ਉਹਨੂੰ ਕੀ ਹੀਟ ਕੀਤਾ ਜਾਂਦਾ ਹੈਗਾ, ਬਹੁਤ ਜ਼ਿਆਦਾ ਹੀਟ ਕੀਤਾ ਜਾਂਦਾ ਹੈਗਾ। ਜਦੋਂ ਹੀਟ ਦੇ ਨਾਲ ਕੀ ਹੋਏਗਾ,
ਜਿਹੜੇ ਪਲਾਸਟਿਕ ਪਾਰਟੀਕਲਸ ਆ ਸਾਰੇ, ਹੁਣ ਕੀ ਹੈ, ਆਹ ਤੁਹਾਡੇ ਰੋਲਰ ਹੈ, ਆਹ ਵਿੱਚ ਪੇਪਰ ਹੈ, ਆਹ ਦੋ ਰੋਲਰ ਹੈਗੇ ਆ, ਤੁਹਾਨੂੰ ਦੱਸਿਆ ਸੀਗਾ। ਇਹਨਾਂ 'ਚ ਕੀ ਹੈ, ਇਹ ਪੇਪਰ ਹੈ। ਜਦੋਂ ਇਹ ਇੱਕ ਰੋਲਰ ਇਹਨੂੰ ਪ੍ਰੈਸ ਕਰ ਦਿੰਦਾ ਹੈਗਾ, ਤੇ ਦੂਸਰਾ ਰੋਲਰ ਕੀ ਹੀਟ ਕਰਦਾ ਹੈਗਾ, ਇੱਕ ਹੀਟਿੰਗ ਲਈ ਹੈ, ਇੱਕ ਪ੍ਰੈਸਿੰਗ ਲਈ ਹੈ। ਸੋ ਕੀ ਆ, ਜਦੋਂ ਰੋਲਰ ਨੂੰ ਹੀਟ ਕੀਤਾ ਜਾਂਦਾ, ਜਿਹੜੇ ਸਾਰੇ ਟੋਨਰ ਪਾਰਟੀਕਲਸ ਹੈ, ਇਹ ਸਾਰੀ ਜਿਹੜੀ ਇੰਕ ਹੈਗੀ ਆ, ਜਿਹੜੀ ਪਲਾਸਟਿਕ ਪਾਰਟੀਕਲਸ ਆ, ਇਹ ਹੀਟ ਅਪ ਹੋ ਜਾਂਦੇ ਆ, ਬੋਇਲ ਕਰਨਾ ਸ਼ੁਰੂ ਹੋ ਜਾਂਦੇ ਹੈਗੇ ਆ, ਤੇ ਮੈਲਟ ਹੋ ਜਾਂਦੇ ਆ। ਜਦੋਂ ਮੈਲਟ ਹੋ ਕੇ ਕੀ ਹੁੰਦੇ ਹੈਗੇ ਆ, ਮੈਲਟ ਹੋ ਕੇ ਸਾਰੇ ਦੇ ਸਾਰਾ, ਤੇ ਦੂਸਰੇ ਜਿਹੜਾ ਰੋਲਰ ਆ ਉਹਨੇ ਕੀ ਪ੍ਰੈਸ ਕਰ ਦੇਣੇ ਆ। ਸੋ ਪੇਪਰ 'ਚ ਕੀ ਹੈ, ਇਸ ਤਰ੍ਹਾਂ ਕੀ ਇਹਦੇ 'ਚ ਕੀ ਆ, ਨਾਲੇ ਤਾਂ ਉਹਨੇ ਹੀਟ ਕਰਕੇ ਉਹਨੂੰ ਸਾਰੇ ਨੂੰ ਮੈਲਟ ਕਰ ਦੇਣਾ ਹੈਗਾ, ਮੂਵ ਕਰਕੇ, ਤੇ ਦੂਸਰਾ ਕੀ ਹੈ, ਇੱਕ ਨੇ ਪ੍ਰੈਸ ਕਰ ਦੇਣਾ। ਜਦੋਂ ਤੁਸੀਂ ਦੇਖਿਆ ਹੋਵੇਗਾ ਪੇਜ, ਤੁਸੀਂ ਕਈ ਵਾਰ ਪੇਜ ਪ੍ਰਿੰਟਰ ਦੇ ਵਿੱਚ ਪੇਜ ਫਸ ਜਾਂਦਾ, ਤੁਸੀਂ ਦੇਖਿਆ ਪੇਜ ਜਦੋਂ ਖਿੱਚਦੇ ਆ ਤਾਂ ਪੇਜ ਖਿੱਚਣਾ ਮੁਸ਼ਕਲ ਹੋ ਜਾਂਦਾ। ਰੀਜ਼ਨ ਬੀਇੰਗ ਕੀ ਹੈ, ਦੋਨਾਂ ਰੋਲਰਸ ਨੇ ਉਹਨੂੰ ਪੂਰੀ ਤਰ੍ਹਾਂ ਪ੍ਰੈਸ ਕੀਤਾ ਹੁੰਦਾ ਹੈਗਾ, ਇੱਕ ਨੇ ਹੀਟ ਕੀਤਾ ਹੁੰਦਾ ਹੈ, ਤੇ ਦੂਸਰੇ ਨੇ ਤਾਂ ਰੋਲ ਹੋ ਕੇ ਪੇਪਰ ਤੁਹਾਡਾ ਕੀ ਹੈ, ਉਸ ਤੋਂ ਬਾਅਦ ਸਾਰਾ ਕੀ ਹੈ, ਪੇਪਰ ਫਿਊਜ਼ ਹੋ ਕੇ ਕੀ ਹੈ, ਤੁਹਾਡਾ ਜਿਹੜਾ ਫਿਊਜ਼ਿੰਗ ਨਾਲ ਕੀ ਹੋ ਜਾਂਦਾ, ਤੁਹਾਡਾ ਸਾਰੇ ਦਾ ਸਾਰਾ ਜਿਹੜਾ ਪ੍ਰਿੰਟਿੰਗ ਜਿਹੜੀ ਹੈਗੀ ਆ ਤੁਹਾਡੀ, ਇੰਕ ਉਸ 'ਤੇ ਟਰਾਂਸਫਰ ਹੋ ਜਾਂਦੀ ਹੈਗੀ ਹੈ, ਮੈਲਟ ਹੋ ਜਾਂਦੀ ਹੈਗੀ ਆ, ਅਤੇ ਪੇਪਰ ਨਾਲ ਚਿਪਕ ਜਾਂਦੀ ਹੈ। ਤੁਹਾਡਾ ਇੱਕ ਪਰਮਾਨੈਂਟ ਇਮੇਜ ਬਣ ਜਾਂਦਾ ਪੇਪਰ ਦੇ ਉੱਪਰ। ਕੀ ਹੈ, ਫਿਊਜ਼ ਦੇ ਨਾਲ ਕੀ ਆ, ਪਰਮਾਨੈਂਟ ਇਮੇਜ ਬਣ ਜਾਂਦਾ ਹੈਗਾ। ਲਾਸਟ ਸਟੈਪ ਰਹਿ ਜਾਂਦਾ ਹੈਗਾ ਕਲੀਨਿੰਗ ਦਾ ਡਰਮ। ਕਲੀਨਿੰਗ ਦਾ ਡਰਮ, ਹੁਣ ਤੁਸੀਂ ਦੇਖਿਆ ਇਹ ਸਾਰਾ ਪ੍ਰੋਸੈਸ 'ਚ ਕੀ ਹੈ, ਪਹਿਲਾਂ ਸਾਰਾ ਇਮੇਜ ਬਣਿਆ, ਸਟੈਟਿਕ ਇਮੇਜ ਬਣਿਆ, ਉਸ ਤੋਂ ਬਾਅਦ ਉੱਥੇ ਟੋਨਰ ਟਰਾਂਸਫਰ ਹੋਇਆ, ਟੋਨਰ ਤੋਂ ਬਾਅਦ ਉਹ ਪੇਪਰ 'ਤੇ ਟਰਾਂਸਫਰ ਹੋ ਗਿਆ ਇਮੇਜ, ਉਸ ਤੋਂ ਬਾਅਦ ਰੋਲਰਾਂ ਦੇ ਵਿੱਚ ਮੈਲਟ ਹੋ ਕੇ ਉਹ ਪੇਪਰ 'ਤੇ ਟਰਾਂਸਫਰ ਹੋ ਗਿਆ, ਪੱਕੀ ਤਰ੍ਹਾਂ ਫਿਕਸ ਹੋ ਗਿਆ। ਇਹ ਸਾਰੇ ਪ੍ਰੋਸੈਸ ਦੇ ਬਾਅਦ ਕੀ ਹੁੰਦਾ ਹੈਗਾ, ਤੁਹਾਡਾ ਪੇਪਰ ਪ੍ਰਿੰਟ ਹੋ ਕੇ ਪ੍ਰਿੰਟਰ 'ਚੋਂ ਬਾਹਰ ਆ ਜਾਂਦਾ ਹੈਗਾ। ਪਰ ਵੰਸ ਤੁਸੀਂ ਇੱਕ ਵਾਰੀ ਪ੍ਰਿੰਟਰ 'ਚੋਂ ਪੇਪਰ ਬਾਹਰ ਆ ਗਿਆ, ਹੁਣ ਨੈਕਸਟ ਪ੍ਰਿੰਟਿੰਗ ਵਾਸਤੇ ਕੀ ਆ, ਇਹ ਨਹੀਂ ਹੈ ਵੀ ਪੁਰਾਣਾ ਜਿਹੜਾ ਇਮੇਜ ਆ ਡਿਲੀਟ ਕਰਨਾ ਪਊਗਾ। ਉਹਦੇ ਲਈ ਕੀ ਆ, ਡਰਮ ਦੀ ਕਲੀਨਿੰਗ ਹੋ ਜਾਂਦੀ ਹੈਗੀ ਆ, ਤਾਂ ਕਿ ਨਵਾਂ ਪ੍ਰਿੰਟ ਆ ਜਾਏ। ਕਿਉਂਕਿ ਪੁਰਾਣੀ ਪ੍ਰਿੰਟਿੰਗ ਦੇ ਰਿਲੇਟਡ ਕੋਈ ਵੀ ਚਾਰਜ ਵਗੈਰਾ ਨਾ ਰਵੇ, ਨਾ ਕੋਈ ਟੋਨਰ ਰਵੇ। ਉਹਦੇ ਲਈ ਕੀ ਹੈ, ਕਲੀਨ ਹੁੰਦਾ ਹੈਗਾ। ਇੱਕ ਕਲੀਨਿੰਗ ਬਲੇਡ ਹੁੰਦਾ ਹੈਗਾ, ਕਲੀਨਿੰਗ ਬਲੇਡ ਹੁੰਦਾ ਹੈਗਾ, ਜਿਹਦਾ ਕੰਮ ਕੀ ਹੈ, ਇਸ ਤਰ੍ਹਾਂ ਹੁੰਦਾ ਹੈਗਾ। ਕਲੀਨਿੰਗ ਬਲੇਡ ਦਾ ਕੰਮ ਕੀ ਹੈ, ਇਹ ਸਾਰੇ ਇਹ ਬਲੇਡ ਹੈ, ਤੇ ਅਲਟੀਮੇਟਲੀ ਜਿਹੜੀ ਤੁਸੀਂ ਇੰਕ ਹੋਏਗੀ, ਜਿਹੜੀ ਫਾਲਤੂ ਇੰਕ ਹੋਏਗੀ, ਜਿਹੜੀ ਆਲਰੇਡੀ ਉਹਦੇ ਉੱਪਰ ਡਰਮ ਦੇ ਉੱਪਰ ਲੱਗੀ ਰਹਿ ਜਾਏਗੀ, ਇਹ ਅਨਯੂਜ਼ਡ ਹੋ ਜਾਏਗੀ, ਅਨਯੂਜ਼ਡ ਇੰਕ। ਇਹ ਬਲੇਡ ਨੇ ਕੀ ਕਰਨਾ, ਸਾਰੀ ਇੰਕ ਜਿਹੜੀ ਵਾਧੂ ਲੱਗੀ ਹੋਏਗੀ ਉਤਾਰ ਦੇਗਾ, ਤੇ ਇੱਕ ਰਿਜ਼ਰਵਾਇਰ ਹੁੰਦਾ ਹੈਗਾ ਜਿਹੜਾ ਅਨਯੂਜ਼ਡ ਇੰਕ ਲਈ ਹੁੰਦਾ ਹੈਗਾ। ਤੁਸੀਂ ਕਦੇ ਜੇ ਟੋਨਰ ਖੋਲੋਗੇ ਤਾਂ ਉੱਥੇ ਤੁਹਾਨੂੰ ਪਤਾ ਲੱਗੇਗਾ, ਤੁਸੀਂ ਜਿਹੜੀ ਓਲਡ ਇੰਕ ਹੁੰਦੀ, ਜਿਹੜੀ ਪੁਰਾਣੀ ਇੰਕ ਹੁੰਦੀ, ਜਿਹੜੀ ਅਨਯੂਜ਼ਡ ਹੁੰਦੀ ਆ, ਉਹ ਸਾਰੀ ਬਾਹਰ ਆ ਜਾਂਦੀ ਹੈਗੀ। ਸੋ ਇਹ ਜਿਹੜੇ ਸਟੈਪ ਹੈਗੇ ਆ, ਇਹ ਸਾਰੇ ਕਾਹਦੇ ਹੈਗੇ ਆ, ਇਹ 6 ਸਟੈਪ ਹੈਗੇ ਆ ਇੱਕ ਲੇਜ਼ਰ ਪ੍ਰਿੰਟਰ ਦੀ ਵਰਕਿੰਗ ਦੇ। ਤੇ ਇਹਦਾ ਮੈਂ ਬਰੀਫ 'ਚ ਥੋੜ੍ਹਾ ਇਹਦਾ ਲਾਸਟ ਇਹਦਾ ਐਡਵਾਂਟੇਜ ਤੇ ਡਿਸਐਡਵਾਂਟੇਜ ਤੇ ਕਨੈਕਸ਼ਨ ਦੱਸ ਦੇਣਾ ਕੀ ਹੈਗਾ। ਸੋ 6 ਸਟੈਪਸ ਦੇ ਨਾਲ ਕੀ ਹੈ, ਪੂਰੀ ਦੀ ਪੂਰੀ ਲੇਜ਼ਰ ਦੀ ਪ੍ਰਿੰਟਿੰਗ ਹੋ ਜਾਂਦੀ ਹੈਗੀ ਆ। ਹੁਣ ਇਹਦੇ ਐਡਵਾਂਟੇਜ ਕੀ ਹੈਗੇ ਆ, ਉਹ ਜਨਰਲ ਜੇ ਮੈਂ ਦੱਸ ਦੇਣਾ ਕੀ ਹੈ, ਇਹਦੀ ਹਾਈ ਰੈਜ਼ੋਲੂਸ਼ਨ ਹੁੰਦੀ ਹੈ। ਐਡਵਾਂਟੇਜ ਕੀ ਹੈ, ਹਾਈ ਰੈਜ਼ੋਲੂਸ਼ਨ, ਦੈਨ ਹਾਈ ਪ੍ਰਿੰਟਿੰਗ ਸਪੀਡ, ਪ੍ਰਿੰਟ ਸਪੀਡ। ਕਿਉਂਕਿ ਜਿਹੜੇ ਡਾਟਮੈਟਿਕਸ ਪ੍ਰਿੰਟਰ ਹੈ ਉਹ ਲਾਈਨ ਬਾਈ ਲਾਈਨ ਪ੍ਰਿੰਟਿੰਗ ਹੁੰਦੀ ਸੀ, ਇਹਦੀ PPM ਹੁੰਦੀ ਹੈ, ਪੇਜਸ ਪਰ ਮਿੰਟ, PPM ਕਹਿ ਦਿੰਦੇ ਆ, ਨੰਬਰ ਆਫ ਪੇਜਸ ਪਰ ਮਿੰਟ। ਵੀ ਜਿਹੜੀ ਪ੍ਰਿੰਟਿੰਗ ਹੁੰਦੀ ਹੈ, ਇੱਕ ਐਟ ਏ ਟਾਈਮ ਇੱਕ ਪੇਜ ਨਹੀਂ, ਤੁਸੀਂ ਦੇਖਿਆ ਜਦੋਂ ਲਗਾਤਾਰ ਪ੍ਰਿੰਟਿੰਗ ਕਰ ਰਿਹਾ ਹੁੰਦਾ, 1 ਮਿੰਟ ਦੇ ਵਿੱਚ ਕਾਫੀ ਪੇਜਸ ਕੱਢ ਦਿੰਦਾ ਹੈਗਾ। ਸੋ ਉਹਦੀ ਸਪੀਡ ਹੁੰਦੀ ਹੈ, ਸੋ ਲੇਜ਼ਰ ਪ੍ਰਿੰਟਰ ਦੀ ਹਾਇਰ ਸਪੀਡ ਹੁੰਦੀ ਹੈਗੀ ਹੈ। ਨੋ ਸਾਊਂਡ, ਇਹਦੀ ਸਾਊਂਡ ਕੋਈ ਨਹੀਂ ਹੁੰਦੀ ਹੈਗੀ ਹੈ। ਦੈਨ ਲੋ ਕਾਸਟ ਪਰ ਪੇਜ, ਅੱਜ ਕੱਲ੍ਹ ਇਕਨੋਮੀਕਲ ਪੈਂਦਾ ਹੈ, ਕਿਉਂਕਿ ਅੱਗੇ ਨਾਲੋਂ ਸਸਤੇ ਹੋ ਚੁੱਕੇ ਹੈਗੇ ਆ। ਜੇ ਹਾਈ ਵੋਲੀਅਮ ਪ੍ਰਿੰਟਿੰਗ ਕਰਨੀ ਹੈ ਤੁਸੀਂ ਤਾਂ ਗੁੱਡ ਹੈ, ਹਾਈ ਵੋਲੀਅਮ ਪ੍ਰਿੰਟਿੰਗ, ਹਾਈ ਵੋਲੀਅਮ ਪ੍ਰਿੰਟਿੰਗ, ਹਾਈ ਵੋਲੀਅਮ ਪ੍ਰਿੰਟਿੰਗ ਲਈ ਗੁੱਡ ਹੈ। ਡਿਸਐਡਵਾਂਟੇਜ ਕੀ ਹੈ ਇਹਦੇ, ਡਿਸਐਡਵਾਂਟੇਜ ਕੀ ਹੈ, ਇਹ ਮੋਰ ਐਕਸਪੈਂਸਿਵ ਹੈ ਐਜ਼ ਕੰਪੇਅਰ ਟੂ ਐਕਸਪੈਂਸਿਵ। ਹਮੇਸ਼ਾ ਜਦੋਂ ਐਕਸਪੈਂਸਿਵ ਚੀਜ਼ ਦੀ ਗੱਲ ਕਰਦੇ ਹਾਂ ਤਾਂ ਐਜ਼ ਕੰਪੇਅਰਡ ਹੁੰਦੀ ਹੈ। ਸੋ ਜਿਵੇਂ ਡਾਟਮੈਟਿਕਸ ਪ੍ਰਿੰਟਰ ਉਹਨਾਂ ਨਾਲੋਂ ਇਹ ਮੋਰ ਐਕਸਪੈਂਸਿਵ ਹੈ, ਕਿਉਂਕਿ ਇਹਦਾ ਜਿਹੜਾ ਟੋਨਰ ਜਿਹੜਾ ਹੈਗਾ, ਟੋਨਰ ਇਜ਼ ਕਾਸਟਲੀ ਐਜ਼ ਕੰਪੇਅਰ ਟੂ
ਰਿਬਨ, ਇੰਕ ਰਿਬਨ ਉਹ ਕੋਸਟਲੀ ਹੁੰਦਾ ਹੈਗਾ। ਦੈਨ ਕੀ ਹੈ ਦੂਸਰਾ, ਕੀ ਲਾਸਟ ਇਹਦਾ ਕੀ ਹੈ, ਵਾਰਮ ਅਪ ਟਾਈਮ ਨੀਡਡ। ਤੁਸੀਂ ਦੇਖਿਆ ਜਦੋਂ ਵੀ ਆਪਾਂ ਪ੍ਰਿੰਟਿੰਗ ਕਰਦੇ ਹਾਂ ਲੇਜ਼ਰ ਪ੍ਰਿੰਟਰ 'ਤੇ, ਤਾਂ 5-10 ਸਕਿੰਟ ਲਈ ਕੀ ਹੈ ਟਾਈਮ ਲੈਂਦਾ ਹੈਗਾ, ਜਿਸ 'ਚ ਨੂੰ ਵਾਰਮ ਅਪ ਹੁੰਦਾ, ਮੀਨਸ ਕੀ ਹੈ ਹੀਟ ਅਪ ਹੁੰਦਾ ਹੈਗਾ, ਉਹਨੂੰ ਆਪਾਂ ਕੀ ਕਹਿੰਦੇ ਹਾਂ ਵਾਰਮ ਅਪ ਟਾਈਮ। ਸੋ ਇਹਦੀ ਨੀਡ ਹੁੰਦੀ ਹੈਗੀ ਆ। ਸੋ ਲਾਸਟ ਇਹਦਾ ਹੈਗਾ ਵੀ ਕਨੈਕਸ਼ਨ ਲਈ ਕੀ ਹੈ, ਕਨੈਕਸ਼ਨ ਲਈ ਆਲਰੇਡੀ ਤੁਸੀਂ ਪਤਾ ਹੀ ਤੁਹਾਨੂੰ ਇਹ 'ਚ ਕੀ ਹੈ, USB ਕਨੈਕਟਰ ਯੂਜ਼ ਕਰਦੇ ਹਾਂ ਆਪਾਂ। ਇੱਕ ਐਂਡ ਜਿਹੜਾ ਕੰਪਿਊਟਰ ਨੂੰ ਲੱਗਦਾ ਹੈਗਾ ਉਹ USB ਕਨੈਕਟਰ ਹੁੰਦਾ ਹੈਗਾ, ਅਤੇ ਇਹਦੀ ਸਪੀਡ ਜਿਹੜੀ ਕੀ ਦਿੰਦਾ ਹੈਗਾ 12 Mbps, ਇੰਨੀ ਸਪੀਡ ਨਾਲ ਡਾਟਾ ਟਰਾਂਸਫਰ ਕਰ ਸਕਦੇ ਹੈਗੇ ਆ। ਜਿਹੜੀ ਕੰਪਿਊਟਰ ਸਾਈਡ ਜਿਹੜੀ ਹੁੰਦੀ ਹੈਗੀ ਆ ਕੇਬਲ ਲੱਗਦੀ ਹੈਗੀ ਹੈ, ਕੰਪਿਊਟਰ ਸਾਈਡ ਕੇਬਲ ਹੈ ਜਿਹੜੀ, ਉਹਦਾ ਜਿਹੜਾ ਐਂਡ ਹੋਏਗਾ ਉਹ ਹੁੰਦਾ ਟਾਈਪ A, ਅਤੇ ਪ੍ਰਿੰਟਰ ਸਾਈਡ ਜਿਹੜੀ ਕੇਬਲ ਹੁੰਦੀ ਹੈਗੀ ਆ ਉਹ ਹੁੰਦੀ ਟਾਈਪ B। ਇਹ ਤੁਸੀਂ ਪੜ੍ਹ ਸਕਦੇ ਆ, ਟਾਈਪ A ਟਾਈਪ B, ਇਹ USB ਦੀਆਂ ਟਾਈਪਸ ਹੈਗੀਆਂ। ਅਤੇ ਇੱਕ ਲਾਸਟ ਇਹ ਕੀ ਹੈ, ਇਹ ਜਿਹੜੇ ਲੇਜ਼ਰ ਪ੍ਰਿੰਟਰ ਹੈਗੇ ਆ, ਇਹ ਆਪਾਂ ਇਹਨੂੰ ਵਾਇਰਲੈਸ ਔਰ ਬਲੂਟੁੱਥ ਨਾਲ ਵੀ ਅੱਜ ਕੱਲ੍ਹ ਆਪਰੇਟ ਕਰ ਸਕਦੇ ਹਾਂ। ਮੀਨਸ ਕਿ ਜੇ ਪ੍ਰਿੰਟਿੰਗ ਕਰਨੀ ਹੈ ਤੁਸੀਂ ਮੋਬਾਈਲ ਤੋਂ ਵੀ ਪ੍ਰਿੰਟਿੰਗ ਕਰ ਸਕਦੇ ਹੈਗੇ। ਮਤਲਬ ਮਾਰਕੀਟ 'ਚ ਪ੍ਰਿੰਟਰ ਹੈਗੇ ਆ ਥੋੜ੍ਹੇ ਜਿਹੇ ਕੋਸਟਲੀ ਹੋਣਗੇ, ਪਰ ਵਾਇਰਲੈਸ ਵੀ ਵਰਕ ਕਰਦੇ ਹੈਗੇ ਆ, ਅਤੇ ਬਲੂਟੁੱਥ ਦੇ ਨਾਲ। ਤੁਸੀਂ ਮੀਨਸ ਕਿ ਤੁਹਾਡੇ ਮੋਬਾਈਲ 'ਚ ਕੋਈ ਡਾਟਾ ਹੈਗਾ, ਤੁਸੀਂ ਬਲੂਟੁੱਥ ਨਾਲ ਪ੍ਰਿੰਟਰ ਨੂੰ ਕਨੈਕਟ ਕਰੋਗੇ, ਜ਼ਰੂਰੀ ਨਹੀਂ ਤੁਸੀਂ ਕੇਬਲ ਦੇ ਥਰੂ ਕਰਾਉਣਾ, ਤਾਂ ਇਹ ਮੈਥਡ ਹੈ ਤੁਹਾਡਾ USB ਕੇਬਲ ਵਗੈਰਾ ਹੁੰਦੀ ਜਿਹਦੇ ਟਾਈਪ A ਅਤੇ ਟਾਈਪ B ਹੈ। ਅਦਰਵਾਈਜ਼ ਤੁਸੀਂ ਜੇ ਵਿਦਾਊਟ ਕੇਬਲ ਕਰਨਾ ਹੈਗਾ ਤਾਂ ਵਾਇਰਲੈਸ ਜਾਂ ਬਲੂਟੁੱਥ ਜਿਹੜਾ ਮੈਥਡ ਹੈ ਜਿਹਦੇ ਨਾਲ ਤੁਸੀਂ ਇਸ ਨੂੰ ਕਨੈਕਟ ਕਰ ਸਕਦੇ ਹੈਗੇ ਆ। ਸੋ ਇਟ ਇਜ਼ ਦਾ ਆਲ ਅਬਾਊਟ ਦਾ ਵਰਕਿੰਗ ਐਂਡ ਦਾ ਪਾਰਟਸ of the laser printer.